Guru Nanak Jayanti is one of the most crucial festivals in India as well as all over the world. He was the first guru and the spiritual teacher. It falls in the month of October to November. He was born in year 1469 in Pakistan. Guru Nanak Jayanti is observed with great excitement by the Sikhs. Guru Nanak Dev Ji is the founder of religion of Sikhism and is the first of the 10 Sikh Gurus. Followers of Guru Nanak address him by the names Nanak, Nanak Dev Ji, Baba Nanak. Guru Parv or Parakash Parv is celebrated on the day of Guru Nanak Dev's birthday. Guru Nanak Dev Ji was born at place named Rai Bhois Talwandi, which is now in Nanka. Sahib Guru Nanak Jayanti is observed with great excitement by the Sikhs. People decorate their homes and business shops at this festival. On Guru Purab, Sikhs wear new clothes and go to Gurdwaras. The morning of Guru Purab starts with Prabhat fairies in the Gurdwara, followed by processions in localities singing for their prayers and pay homage to the Guru Granth Sahib. On this day, the holy book of Sikhs, the Guru Granth Sahib, is continuously read and recited in the Gurdwaras. Lamps are lit, processions are taken out, free langars are arranged, and a sweet prasad is distributed all over the country. Before the eve of Guru Nanak Dev, the procession is called as Nagar ਸਾਰੀ Kirtan. ਦੁਨੀਆ ਵਿੱਚ ਅਗਿਆਨ ਦਾ ਹਨੇਰਾ ਛਾ ਗਿਆ ਅਤੇ ਇਨਸਾਨ ਆਤਮਕ ਗਿਆਨ ਅਤੇ ਪਰਮਾਤਮਕ ਗਿਆਨ ਵੱਲੋਂ ਦੂਰ ਹੋ ਕੇ ਅਗਿਆਨ ਦੀ ਡੂੰਘੀ ਖਾਈ ਵਿੱਚ ਡਿੱਗ ਗਿਆ ਅਤੇ ਉਹ ਈਸ਼ਵਰ ਨੂੰ ਭੁੱਲ ਕੇ ਹੋਰਾਂ ਦੀ ਪੂਜਾ ਵਿੱਚ ਵਿਅਸਤ ਹੋ ਗਿਆ ਤਾਂ ਈਸ਼ਵਰ ਨੇ ਇਸ ਧਰਤੀ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਭੇਜਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਵਿੱਚ ਕਲਿਆਣ ਚੰਦ ਦੇ ਘਰ ਮਾਤਾ ਤ੍ਰਿਪਤਾ ਜੀ ਦੇ ਕੁੱਖੋਂ ਹੋਇਆ। ਉਸ ਨਗਰ ਦਾ ਨਾਮ ਰਾਏ ਭੋਇ ਦੀ ਤਲਵੰਡੀ ਸੀ ਤੇ ਉਹਨਾਂ ਦੇ ਜਨਮ ਤੋਂ ਬਾਅਦ ਨਨਕਾਣਾ ਸਾਹਿਬ ਹੋਇਆ। ਉਹ ਸਿੱਖਾਂ ਦੇ ਪਹਿਲੇ ਗੁਰੂ ਹੋਏ ਅਤੇ ਉਹਨਾਂ ਨੇ ਹੀ ਸਿੱਖ ਧਰਮ ਦਾ ਨਿਰਮਾਣ ਕੀਤਾ। ਉਹਨਾਂ ਨੇ ਕਈ ਬਾਣੀਆਂ ਵੀ ਲਿਖੀਆਂ, ਜਿਹਦੇ ਵਿੱਚੋਂ ਜਪਜੀ ਸਾਹਿਬ ਨਿਤਨੇਮ ਦੀ ਪਹਿਲੀ ਬਾਣੀ ਹੋਈ। ਜਪਜੀ ਸਾਹਿਬ ਵਿੱਚ ਉਹਨਾਂ ਨੇ ਇੱਕ ਓਂਕਾਰ ਦਾ ਭਾਵ ਪ੍ਰਸਤੁਤ ਕੀਤਾ। ਇੱਕ ਓਂਕਾਰ ਦਾ ਅਰਥ ਹੈ ਗੋਡ ਇਜ਼ ਵਨ। ਉਹਨਾਂ ਦਾ ਕਹਿਣਾ ਸੀ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਅਸੀਂ ਤਾਂ ਉਸ ਪਰਮਾਤਮਾ ਦੇ ਬੰਦੇ ਹਾਂ। ਉਹਨਾਂ ਨੇ ਔਰਤ ਨੂੰ ਵੀ ਆਪਣੀ ਬਾਣੀਆਂ ਵਿੱਚ ਬਹੁਤ ਉੱਚ ਦਰਜਾ ਦਿੱਤਾ। ਸੋ ਕਿਆ ਮੰਦਾ ਆਖੀਐ ਜਿਤ ਜੰਮੇ ਰਾਜਾਨ, ਅਰਥਾਤ ਅਸੀਂ ਕਿਉਂ ਉਸ ਔਰਤ ਨੂੰ ਮੰਦਾ ਆਖਦੇ ਹਾਂ ਜਿਸ ਨੇ ਪ੍ਰਸਿੱਧ ਰਾਜਿਆਂ ਨੂੰ ਜਨਮ ਦਿੱਤਾ। ਇਸ ਤਰ੍ਹਾਂ ਹੀ ਉਹਨਾਂ ਨੇ ਕੀਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਵਿਚਾਰ ਵੀ ਦਿੱਤਾ। ਕੀਰਤ ਕਰੋ ਦਾ ਮਤਲਬ ਸੱਚਾਈ ਦੇ ਰਾਹ 'ਤੇ ਚੱਲ ਕੇ ਜੀਣਾ। ਨਾਮ ਜਪੋ ਅਰਥਾਤ ਪਰਮਾਤਮਾ ਦਾ ਨਾਮ ਜਪੋ। ਵੰਡ ਛਕੋ, ਆਪਣੇ ਤੋਂ ਘੱਟ ਅਤੇ ਲੋੜਵੰਦਾਂ ਦੀ ਮਦਦ ਕਰੋ। ਇਸੇ ਤਰ੍ਹਾਂ ਸਮਾਜ ਨੂੰ ਚੰਗੇ ਰਾਹ ਦਿਖਾਉਂਦੇ ਉਹ 22 ਸਤੰਬਰ 1539 ਵਿੱਚ ਸ਼ਹੀਦ ਹੋ ਗਏ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਿੱਖਾਂ ਦੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਸੱਚਾ ਸੌਦੇ ਬਾਰੇ ਸੁਣਾਂਗੇ। ਨਾਨਕ ਜੀ ਦੀ ਉਮਰ 17 ਸਾਲ ਹੋ ਚੁੱਕੀ ਸੀ ਅਤੇ ਪਿਤਾ ਜੀ ਨੇ ਬਹੁਤ ਸੋਚ ਸਮਝ ਕੇ ਵਪਾਰ ਲਈ ਨਾਨਕ ਜੀ ਨੂੰ 20 ਰੁਪਏ ਦਿੱਤੇ ਅਤੇ ਕਿਹਾ, ਨਾਨਕ ਤੂੰ ਹੁਣ ਇਹਨਾਂ ਰੁਪਈਆਂ ਵੱਲੋਂ ਇੱਕ ਛੋਟਾ ਜਿਹਾ ਵਪਾਰ ਸ਼ੁਰੂ ਕਰਨਾ। ਮੁਨਾਫਾ ਹੋਣ ਉੱਤੇ ਮੈਂ ਤੁਹਾਡੀ ਲਗਾਤਾਰ ਸਹਾਇਤਾ ਕਰਦਾ ਰਹਾਂਗਾ। ਮੈਨੂੰ ਪੂਰੀ ਆਸ ਹੈ ਕਿ ਇੱਕ ਦਿਨ ਤੂੰ ਬਹੁਤ ਵੱਡਾ ਵਪਾਰੀ ਬਣ ਸਕਦਾ ਹੈ। ਬਹੁਤ ਸਮਝੀਆਂ ਬੂਝੀਆਂ ਕਰ ਇੱਕ ਸਹਾਇਕ ਦੇ ਰੂਪ ਵਿੱਚ ਗੁਆਂਢੀਆਂ ਦਾ ਮੁੰਡਾ, ਜਿਸ ਦਾ ਨਾਮ ਬਾਲਾ ਜੀ ਸੀ, ਜੋ ਕਿ ਨਾਨਕ ਜੀ ਦਾ ਬਚਪਨ ਦਾ ਮਿੱਤਰ ਹੋਣ ਦੇ ਕਾਰਨ ਸਮਾਨ ਉਮਰ ਦਾ ਸੀ, ਇਹਨਾਂ ਦੇ ਨਾਲ ਭੇਜ ਦਿੱਤਾ ਤਾਂ ਕਿ ਨਾਨਕ ਨੂੰ ਆਪਣੀ ਰਾਏ ਦੇ ਕੇ ਸਹਾਇਤਾ ਵੀ ਕਰਦਾ ਰਹੇ। ਹੁਣ ਨਾਨਕ ਜੀ ਨੂੰ ਪਿਤਾ ਜੀ ਨੇ ਇੱਕ ਵਿਸ਼ੇਸ਼ ਆਦੇਸ਼ ਦਿੱਤਾ ਕਿ ਪੁੱਤਰ ਕਿਤੇ ਧੋਖਾ ਨਹੀਂ ਖਾਣਾ, ਖਹਿਰਾ ਸੌਦਾ ਹੀ ਕਰਨਾ ਜਿਸ ਵਿੱਚ ਮੁਨਾਫਾ ਨਿਸ਼ਚਿਤ ਹੀ ਹੋਵੇ। ਦੋਨੋਂ ਮਿੱਤਰ ਤਲਵੰਡੀ ਵੱਲੋਂ ਗੁਆਂਢੀ ਨਗਰ ਲਈ ਚੱਲ ਪਏ। ਰਸਤੇ ਵਿੱਚ ਇੱਕ ਸਥਾਨ ਉੱਤੇ ਸੜਕ ਦੇ ਕੰਢੇ ਉੱਤੇ ਸਾਧੂਆਂ ਦਾ ਡੇਰਾ ਵਿਖਾਈ ਦਿੱਤਾ। ਨਾਨਕ ਜੀ ਨੇ ਸਾਧੂਆਂ ਦੇ ਦਰਸ਼ਨ ਦੀ ਇੱਛਾ ਜ਼ਾਹਰ ਕੀਤੀ ਅਤੇ ਦੋਨੋਂ ਸਾਥੀ ਰਸਤਾ ਛੱਡ
ਸਾਧੂਆਂ ਦੇ ਡੇਰੇ ਪਹੁੰਚ ਗਏ। ਸਾਰੇ ਸਾਧੂ ਭਜਨ ਵਿੱਚ ਵਿਅਸਤ ਸਨ। ਗੁਰੂ ਜੀ ਨੇ ਭਾਈ ਬਾਲਾ ਜੀ ਨੂੰ 20 ਰੁਪਏ ਦੇ ਕੇ ਰਾਸ਼ਨ ਲਿਆਉਣ ਨੂੰ ਕਿਹਾ ਤੇ ਸਾਧੂਆਂ ਨੂੰ ਭੋਜਨ ਛਕਾਇਆ ਤੇ ਤਲਵੰਡੀ ਨੂੰ ਵਾਪਿਸ ਚੱਲ ਪਏ। ਘਰੇ ਜਾ ਕੇ ਆਪ ਜੀ ਨੂੰ ਖਾਲੀ ਹੱਥ ਵੇਖ ਮਹਿਤਾ ਕਾਲੂ ਜੀ ਨੇ 20 ਰੁਪਏ ਤੋਂ ਹੋਣ ਵਾਲੇ ਮੁਨਾਫੇ ਬਾਰੇ ਪੁੱਛਿਆ। ਆਪ ਜੀ ਨੇ ਦੱਸਿਆ ਕਿ ਮੈਂ ਸਾਧੂਆਂ ਨਾਲ ਵਿਚਾਰ ਵਿਮਰਸ਼ ਕੀਤਾ ਤੇ ਉਹਨਾਂ ਨੂੰ ਉਸ 20 ਰੁਪਈਏ ਨਾਲ ਉਹਨਾਂ ਨੂੰ ਭੋਜਨ ਛਕਾਇਆ ਤੇ ਉਹਨਾਂ ਦੀ ਭੁੱਖ ਮਿਟਾਈ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਬਾਲ ਅਵਸਥਾ ਵਿੱਚ 20 ਰੁਪਏ ਦਾ ਸੱਚਾ ਸੌਦਾ ਕਰਕੇ ਵੰਡ ਛਕਾਉਣ ਦੀ ਪ੍ਰਥਾ ਦਾ ਹੁੱਡ ਬਣਾ ਦਿੱਤਾ ਸੀ। ਜਿੱਥੇ ਆਪ ਜੀ ਨੇ ਸੱਚਾ ਸੌਦਾ ਕੀਤਾ ਸੀ, ਉੱਥੇ ਅੱਜ ਗੁਰਦੁਆਰਾ ਸੱਚਾ ਸੌਦਾ ਸਥਾਪਿਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਮੈਂ ਹਰਜਸ ਕੌਰ ਅੱਜ ਆਪ ਸਭ ਨਾਲ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਂਝੀ ਕਰਨ ਵਾਲੀ ਹਾਂ। ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ। ਆਪ ਨੂੰ ਸਿੱਖ ਧਰਮ ਦੇ ਬਾਨੀ ਵੀ ਕਿਹਾ ਜਾਂਦਾ ਹੈ। ਉਹ ਸਾਰੇ ਮਨੁੱਖਾਂ ਨੂੰ ਇੱਕ ਅਕਾਲ ਪੁਰਖ ਦਾ ਨਾਮ ਜਪਣ ਲਈ ਕਹਿੰਦੇ ਹਨ। ਉਹਨਾਂ ਨੇ ਜੋ ਆਦਰਸ਼ ਜੀਵਨ ਫਲਸਫਾ ਮਨੁੱਖਾਂ ਨੂੰ ਦਿੱਤਾ, ਉਸ ਨੂੰ ਅੱਜ ਅਸੀਂ ਸਿੱਖ ਧਰਮ ਕਹਿੰਦੇ ਹਾਂ। ਗੁਰੂ ਨਾਨਕ ਦੇਵ ਜੀ ਨੇ ਸਾਰੀ ਮਨੁੱਖਤਾ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਤਿੰਨ ਸਿਧਾਂਤ ਦੱਸੇ ਹਨ। ਕਿਰਤ ਕਰਨੇ ਤੋਂ ਭਾਵ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ ਕਿ ਜੋ ਵੀ ਕਿਰਤ ਕਮਾਈ ਅਸੀਂ ਕਰਨੀ ਹੈ, ਉਹ ਸੱਚੀ ਸੁੱਚੀ ਹੋਣੀ ਚਾਹੀਦੀ ਹੈ। ਕਿਸੇ ਦੀ ਵੱਡੀ ਨਹੀਂ ਖਾਣੀ, ਭਾਵ ਕਿਸੇ ਦਾ ਹੱਕ ਨਹੀਂ ਮਾਰਨਾ। ਆਪਣੀ ਮਿਹਨਤ ਕਰਕੇ ਕਮਾਈ ਕਰਨੀ ਹੈ, ਭਾਵੇਂ ਘੱਟ ਹੀ ਕਿਉਂ ਨਾ ਹੋਵੇ, ਸਾਨੂੰ ਉਸੇ ਵਿੱਚ ਸੰਤੁਸ਼ਟ ਰਹਿਣਾ ਚਾਹੀਦਾ ਹੈ ਅਤੇ ਕਿਸੇ ਦਾ ਮਾੜਾ ਕਰਕੇ ਕਮਾਈ ਨਹੀਂ ਕਰਨੀ। ਗੁਰੂ ਸਾਹਿਬ ਨੇ ਕਮਾਈ 'ਚੋਂ ਦਸਵੰਧ ਕੱਢਣ ਲਈ ਵੀ ਕਿਹਾ ਹੈ। ਦਸਵੰਧ ਮਤਲਬ ਕਮਾਈ ਦਾ 10ਵਾਂ ਹਿੱਸਾ, ਜੋ ਕਿ ਗਰੀਬਾਂ ਦੀ, ਲੋੜਵੰਦਾਂ ਦੀ ਮਦਦ ਵਾਸਤੇ ਜਾਂ ਲੋਕ ਭਲਾਈ ਦੇ ਕੰਮਾਂ ਵਾਸਤੇ ਹੋਣਾ ਚਾਹੀਦਾ ਹੈ। ਦੂਜਾ ਸਿਧਾਂਤ ਜੋ ਕਿ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੈ, ਉਹ ਹੈ ਨਾਮ ਜਪਣਾ। ਨਾਮ ਜਪਣਾ ਭਾਵ ਰੱਬ ਨੂੰ ਯਾਦ ਕਰਨਾ, ਰੱਬ ਦੀ ਉਸਤਤ ਕਰਨੀ, ਰੱਬ ਦੀ ਪ੍ਰਸ਼ੰਸਾ ਕਰਨੀ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦੱਸਦੀ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਸਭ ਸਾਡੀ ਆਤਮਿਕ ਅਤੇ ਸੰਸਾਰਕ ਜ਼ਿੰਦਗੀ ਵਿੱਚ ਰੁਕਾਵਟ ਬਣਦੇ ਹਨ ਅਤੇ ਇਹਨਾਂ ਤੋਂ ਖੁਲਾਸੀ ਨਾਮ ਜਪਣ ਨਾਲ ਹੀ ਹੋ ਸਕਦੀ ਹੈ। ਇਸ ਕਰਕੇ ਇਹਨਾਂ ਸਾਰਿਆਂ ਤੋਂ ਛੁਟਕਾਰਾ ਪਾਉਣ ਵਾਸਤੇ ਅਤੇ ਆਪਣੇ ਜੀਵਨ ਨੂੰ ਉੱਚਾ ਸੁੱਚਾ ਬਣਾਉਣ ਵਾਸਤੇ ਸਾਨੂੰ ਨਾਮ ਜਪਣਾ ਚਾਹੀਦਾ ਹੈ। ਨਾਮ ਜਪਣ ਨਾਲ ਮਨੁੱਖ ਦੀ ਮੱਤ ਉੱਚੀ ਹੁੰਦੀ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਪਰਮੇਸ਼ਰ ਦੀ ਉਸਤਤ ਜ਼ਰੂਰ ਕਰਨੀ ਚਾਹੀਦੀ ਹੈ। ਤੀਜਾ ਸਿਧਾਂਤ ਜੋ ਕਿ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਹੈ, ਉਹ ਹੈ ਵੰਡ ਛਕਣਾ। ਸਾਨੂੰ ਸਿਖਾਇਆ ਗਿਆ ਹੈ ਕਿ ਸਾਰਿਆਂ ਨੂੰ ਵੰਡ ਕੇ ਛਕਣਾ ਚਾਹੀਦਾ ਹੈ, ਸਾਰਿਆਂ ਨਾਲ ਵੰਡ ਕੇ ਛਕਣਾ ਚਾਹੀਦਾ ਹੈ। ਭਾਵੇਂ ਸਾਡੇ ਕੋਲ ਕੋਈ ਚੀਜ਼ ਥੋੜ੍ਹੀ ਹੀ ਕਿਉਂ ਨਾ ਹੋਵੇ, ਪਰ ਫਿਰ ਵੀ ਸਾਨੂੰ ਸਭ ਨਾਲ ਸਾਂਝੀ ਕਰਨੀ ਚਾਹੀਦੀ ਹੈ। ਇੱਕ ਵਾਰੀ ਕੀ ਹੋਇਆ, ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ ਆਪ ਨੂੰ 20 ਰੁਪਏ ਦੇ ਕੇ 20 ਰੁਪਏ ਦੇ ਕੇ ਵਪਾਰ ਕਰਨ ਵਾਸਤੇ ਭੇਜਿਆ। ਬਟ ਆਪ ਨੇ ਕੀ ਕੀਤਾ, ਰਸਤੇ 'ਤੇ ਜਾਂਦੇ ਹੋਏ ਆਪ ਨੂੰ ਦਿਖਿਆ ਕਿ ਸਾਧੂ ਭੁੱਖੇ ਫਿਰ ਰਹੇ ਹਨ, ਪਰ ਆਪ ਨੂੰ ਉਹਨਾਂ 'ਤੇ ਬੜਾ ਤਰਸ ਆਇਆ। ਫਿਰ ਆਪ ਨੇ ਉਹਨਾਂ 20 ਰੁਪਇਆਂ ਨਾਲ ਉਹਨਾਂ ਸਾਧੂਆਂ ਨੂੰ ਲੰਗਰ ਛਕਾਇਆ ਅਤੇ ਉਹਨਾਂ ਦੀ ਮਦਦ ਕੀਤੀ। ਇਸੇ ਨਾਲ ਲੰਗਰ ਦੀ ਰੀਤ ਵੀ ਆਰੰਭ ਹੋਈ। ਸਾਨੂੰ ਇਸ ਸਾਖੀ ਤੋਂ, ਸੱਚੇ ਸੌਦੇ ਦੀ ਸਾਖੀ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਵੰਡ ਕੇ ਛਕਣਾ ਚਾਹੀਦਾ ਹੈ ਅਤੇ ਸਭ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਗੁਰੂ ਸਾਹਿਬ ਨੇ ਇਹ ਵੀ ਸਿਖਾਇਆ ਕਿ ਸਾਰੇ ਇੱਕ ਸਮਾਨ ਹਨ, ਕੋਈ ਵੀ ਵੱਡਾ ਜਾਂ ਛੋਟਾ ਨਹੀਂ, ਕੋਈ ਵੀ ਉੱਚਾ ਜਾਂ ਨੀਵਾਂ ਨਹੀਂ, ਕਿਸੇ ਨਾਲ ਸਾਨੂੰ ਭੇਦਭਾਵ ਨਹੀਂ ਕਰਨਾ ਚਾਹੀਦਾ। ਇਸੇ ਕਰਕੇ ਗੁਰੂ ਘਰਾਂ ਵਿੱਚ ਸਾਰੇ ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਹਨ। ਸੋ ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣਾ, ਇਹ ਗੁਰੂ ਨਾਨਕ ਦੇਵ ਜੀ ਦੀਆਂ 3 ਮੁੱਢਲੀਆਂ ਸਿੱਖਿਆਵਾਂ ਸਨ। ਇਸ ਤੋਂ ਇਲਾਵਾ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਹਰ ਇੱਕ ਪੜਾਵ ਤੋਂ ਬਹੁਤ ਸਾਰੀਆਂ ਸਿੱਖਿਆਵਾਂ ਮਿਲਦੀਆਂ ਹਨ। ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਵੇਲੇ ਇਸਤਰੀ ਦੀ ਦਸ਼ਾ ਬਹੁਤ ਹੀ ਤਰਸਯੋਗ ਸੀ।
ਐਸੇ ਸਮੇਂ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਇਸਤਰੀ ਨਾਲ ਹੋ ਰਹੇ ਅਨਿਆਏ ਵਿਰੁੱਧ ਆਵਾਜ਼ ਉਠਾਈ ਅਤੇ ਸਾਨੂੰ ਇਹ ਸਿੱਖਿਆ ਦਿੱਤੀ ਕਿ ਇਸਤਰੀ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਸਾਨੂੰ ਇਹ ਵੀ ਸਿਖਾਇਆ ਕਿ ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ, ਝੂਠ, ਨਿੰਦਿਆ, ਚੁਗਲੀ ਤੋਂ ਦੂਰ ਰਹਿਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਵਹਿਮਾਂ ਭਰਮਾਂ ਇਹਨਾਂ ਵਿੱਚ ਕੋਈ ਯਕੀਨ ਨਹੀਂ ਕਰਨਾ ਚਾਹੀਦਾ ਅਤੇ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਾਨੂੰ ਆਪਣੇ ਮਨ 'ਤੇ ਸਦਾ ਕਾਬੂ ਰੱਖਣਾ ਚਾਹੀਦਾ ਹੈ ਅਤੇ ਇਸ ਨੂੰ ਕਦੇ ਵੀ ਭਟਕਣ ਨਹੀਂ ਦੇਣਾ ਚਾਹੀਦਾ। ਇਸ ਨਾਲ ਸਾਡਾ ਆਚਰਣ ਉੱਚਾ ਅਤੇ ਸੁੱਚਾ ਬਣਿਆ ਰਹੇਗਾ। ਗੁਰੂ ਸਾਹਿਬ ਨੇ ਸਾਨੂੰ ਇਹ ਵੀ ਸਿਖਾਇਆ ਕਿ ਕਿਸੇ ਨੂੰ ਮਾੜਾ ਨਹੀਂ ਆਖਣਾ, ਕਿਉਂਕਿ ਸਭਨਾਂ ਵਿੱਚ ਵਾਹਿਗੁਰੂ ਵਸ ਰਿਹਾ ਹੈ, ਇਸ ਕਰਕੇ ਕਿਸੇ ਦਾ ਦਿਲ ਵੀ ਨਹੀਂ ਦੁਖਾਉਣਾ ਚਾਹੀਦਾ। ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਸਾਨੂੰ ਸਰਬੱਤ ਦਾ ਭਲਾ ਮੰਨਣਾ ਚਾਹੀਦਾ ਹੈ, ਇਸੇ ਕਰਕੇ ਸਾਰੇ ਅਰਦਾਸ ਵਿੱਚ ਇੱਦਾਂ ਹੀ ਬੋਲਦੇ ਹਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਕਰਕੇ ਸਾਨੂੰ ਸਭ ਨੂੰ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ। ਸੋ ਇਹ ਸਨ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਜੁੜੀਆਂ ਕੁਝ ਸਿੱਖਿਆਵਾਂ। ਇਸ ਕਰਕੇ ਸਾਨੂੰ ਸਭ ਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਖੂਬ ਸਾਰੀਆਂ ਸਿੱਖਿਆਵਾਂ ਦਿੱਤੀਆਂ ਹਨ। ਸੋ ਸਾਨੂੰ ਲੋੜ ਹੈ ਕਿ ਅਸੀਂ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਢਾਲੀਏ ਅਤੇ ਇਹਨਾਂ 'ਤੇ ਅਮਲ ਕਰੀਏ ਅਤੇ ਆਪਣੇ ਜੀਵਨ ਨੂੰ ਸਫਲ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। Today, on the auspicious day of Guru Nanak Dev Ji's birthday, I would like to talk about the udasis done by Shri Guru Nanak Dev Ji. After attaining spiritual enlightenment, Guruji began his udasis. The main aim behind these travels was to show the true path of life to the misled souls. His aim was also to criticize the useless rituals and customs. Guru Nanak Dev Ji travelled far and wide to remove the darkness of ignorance with his divine knowledge. The first Udasi of Guru Nanak Sahib began approximately in 1500 AD. He visited the eastern and the southern areas of India. During this time, Bhai Mardana accompanied him and Guruji visited places like Panipat, Delhi, Benares and Saidpur. At that time, Guruji was of the age of about 31. After spending some time with his family, Guruji started his second travel in 1506 AD. He covered the Narasi Valley and Sangladip. In 1514 AD, Guru Nanak Sahib began his third Udasi and he covered Sultanpur, Himachal Pradesh, Nepal, Sikkim and other northeastern regions. Around 1519, the fourth Udasi by Guru Nanak Dev Ji lasted about 3 years and he covered Mecca and other Arab countries. At this time, Nanak Sahib was of the age of 52. In the last Udasi or the fifth Udasi, Guru Sahib Ji only toured to places within Punjab, after which he settled to Kartarpur before leaving his physical form. In total, Guru Nanak Dev Ji spent 24 years on the 5 Udasis. एक ओंकार सतनाम करता पुरख निर्भय निर्वैर अकाल मूरत अजूनी सैभम गुर प्रसाद जप आद सच जुगाद सच है भी सच नानक हो से भी सच। वाहिगुरु जी का खालसा, वाहिगुरु जी की फतेह। गुड मॉर्निंग एवरीवन। आज आप सबको पता है कि आज 551st बर्थ एनिवर्सरी है हमारे पहले सिख गुरु की, जिनका नाम है गुरु नानक देव। उनके बारे में आप सबने बहुत सुना है, आप बहुत सारे रिलीजन भी फॉलो करते हैं। ही वॉज द फर्स्ट गुरु जिन्होंने हमें सिखिज्म रिलीजन दिया है। सिखिज्म रिलीजन का मतलब ये नहीं है कि कास्ट में, क्रीड में, किसी चीज़ में भी विश्वास रखता है। उन्होंने अपनी हमें बहुत ही अहम टीचिंग्स दी हैं, जिसमें से सबसे बड़ी टीचिंग जो हमारे सबके साथ है, और उनकी जो टीचिंग्स हैं वो हमेशा ऐसी रही हैं कि जो हम आज की लाइफ में भी उसको अडेप्ट कर रहे हैं। जैसे हम सब जॉब करते हैं, पढ़ते हैं, जॉब करते हैं, और उस जॉब का एक 10th पार्ट हम क्या करते हैं, हम गुरुद्वारे में देते हैं या
डोनेशन में देते हैं या कोई भी ऐसा ह्यूमन काइंड का काम करते हैं ताकि हमारा आगे सफल हो पाए। तो किस टीचिंग की बात कर रही हूं मैं, जिसका नाम क्या है कि हमें क्या करना चाहिए, अपनी सेविंग से वन छकनी चाहिए, हमें नाम जपना चाहिए, भगवान का नाम, गॉसिप नहीं करनी चाहिए, ईगो नहीं रखनी चाहिए, जेलेसी नहीं करनी चाहिए, ना ही हमें किसी के लिए इंफीरियरिटी कॉम्प्लेक्स रखना चाहिए दिल में। हमें सिर्फ अपनी लाइफ देखनी है। अपनी लाइफ देखने के लिए सबसे इंपॉर्टेंट क्या आता है, उसमें हम यही बात बताना चाह रहे हैं कि हमें नाम जपना चाहिए। किसका? किसी भी भगवान का, किसी भी गुरु का जिनके हम सब क्या है, अटैच्ड है। वन छकनी चाहिए मतलब इकट्ठे लंगर करना चाहिए। हमें क्या करना चाहिए, हमें एक दूसरे से मिल बांट के खाना चाहिए। तीसरी बात, हमें कभी किसी को अपने से छोटा नहीं गिनना। हमें कुछ नहीं मिलता अपने आप को बड़ा बनाने में, और अगर हम ये प्रिंसिपल्स को आज भी फॉलो करें तो हम सबसे बेस्ट बन जाएंगे।